IGNOU Study Center by Sushi, Subject MPS, Subject Teacher Harpreet Kaur, Paper 3rd, Indian Democracy and Development। ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਦਾ ਸਾਡੀ ਲਾਈਫ ਦੇ ਵਿੱਚ ਕੀ ਰੋਲ ਹੈ, ਉਸ ਦਾ ਹੋਣਾ ਸਾਡੀ ਲਾਈਫ 'ਚ ਕਿੰਨਾ ਕੁ ਜ਼ਰੂਰੀ ਹੈ, ਇਸ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ। ਇੰਡੀਅਨ ਡੈਮੋਕ੍ਰੈਟਿਕ ਸਟੇਟ ਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਕੀਤੀ ਗਈ ਹੈ ਕਿ ਉਸ ਕੰਟਰੀ ਦੇ ਹਰ ਸਿਟੀਜ਼ਨ ਨੂੰ ਫੰਡਾਮੈਂਟਲ ਰਾਈਟਸ ਦਿੱਤੇ ਜਾਣਗੇ, ਜਿਸ ਨਾਲ ਉੱਥੋਂ ਦੇ ਸਿਟੀਜ਼ਨਸ ਆਪਣੀ ਡਿਵੈਲਪਮੈਂਟ ਕਰ ਸਕਣ। ਇਹਨਾਂ ਰਾਈਟਸ ਦੀ ਥਿਊਰੀ ਨੂੰ ਅਲੱਗ-ਅਲੱਗ ਪੋਲੀਟੀਕਲ ਥਿੰਕਰਸ ਨੇ ਦਿੱਤਾ। ਸਭ ਤੋਂ ਪਹਿਲਾਂ ਇਸ ਦੀ ਗੱਲ ਪਲੇਟੋ ਨੇ ਦਿੱਤੀ, ਉਸ ਤੋਂ ਬਾਅਦ ਜੌਹਨ ਲੌਕ, ਲਾਸਕੀ, JS ਮਿਲ, TH ਗ੍ਰੀਨ ਨੇ ਇਸ ਦੀ ਥਿਊਰੀ ਦਿੱਤੀ। ਜੌਹਨ ਲੌਕ ਨੇ ਨੈਚੁਰਲ ਰਾਈਟਸ ਦੀ ਥਿਊਰੀ ਦਿੱਤੀ, ਜਿਸ ਦੇ ਅੰਦਰ ਅਸੀਂ ਲਾਈਫ ਦਾ ਰਾਈਟ, ਬਰਥ ਦਾ ਰਾਈਟ, ਰਾਈਟ ਆਫ ਮੈਰਿਜ ਆਦਿ ਸਾਰ ਨੂੰ ਡਿਸਕਸ ਕੀਤਾ ਗਿਆ। ਹਰ ਇੱਕ ਕੰਟਰੀ ਆਪਣੇ ਦਿੱਤੇ ਹੋਏ ਰਾਈਟਸ ਤੋਂ ਹੀ ਜਾਣੀ ਜਾਂਦੀ ਹੈ ਕਿ ਉਸ ਕੰਟਰੀ ਦੇ ਵਿੱਚ ਕਿਸ ਪ੍ਰਕਾਰ ਦੀ ਗਵਰਨਮੈਂਟ ਹੈ। ਫॉर एग्जाम्पल ਡੈਮੋਕ੍ਰੈਟਿਕ, ਡਿਕਟੇਟਰਸ਼ਿਪ, ਪ੍ਰੈਜ਼ੀਡੈਂਟਰੀ ਰੂਲ। ਪਹਿਲਾਂ ਇਹ ਥਿਊਰੀ ਨੈਚੁਰਲ ਰਾਈਟਸ ਦੇ ਵਿੱਚ ਮੰਨੀ ਜਾਂਦੀ ਸੀ, ਉਸ ਤੋਂ ਬਾਅਦ ਫੰਡਾਮੈਂਟਲ ਰਾਈਟਸ, ਆਫਟਰ ਦੈਟ ਹਿਊਮਨ ਰਾਈਟਸ। ਅੱਜ ਹਰ ਕੰਟਰੀ ਦੇ ਵਿੱਚ ਹਿਊਮਨ ਰਾਈਟਸ ਦੀ ਡਿਮਾਂਡ ਕੀਤੀ ਜਾਂਦੀ ਹੈ। ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਅਗਰ ਅਸੀਂ ਕਹਿਣਾ ਚਾਹੀਏ ਤਾਂ ਕਹਿ ਸਕਦੇ ਹਾਂ, ਰਾਈਟਸ ਆਰ ਪ੍ਰਿੰਸੀਪਲੀ those claims that are along with other regards to be a necessity for leading a life of respect and dignity। next ਅਸੀਂ ਗੱਲ ਕਰਾਂਗੇ ਕਿ fundamental rights ਕਿੰਨੇ ਤਰ੍ਹਾਂ ਦੇ ਹੁੰਦੇ ਹਨ। 6 types of fundamental rights। right to equality, article 14 to 18। ਇਸ ਦੇ ਵਿੱਚ ਅਲੱਗ-ਅਲੱਗ ਟਾਈਪਸ ਆ ਜਾਂਦੀਆਂ ਹਨ। ਲਾਅ ਦੇ ਸਾਹਮਣੇ ਇਕੁਐਲਿਟੀ, ਕਾਸਟ, ਰਿਲੀਜਨ, ਲੈਂਗੁਏਜ ਦੇ ਆਧਾਰ ਤੇ ਇਕੁਐਲਿਟੀ, ਮਤਲਬ ਕਿ ਕਿਸੇ ਵੀ ਸਿਟੀਜ਼ਨ ਨੂੰ ਕਾਸਟ, ਰਿਲੀਜਨ, ਲੈਂਗੁਏਜ ਦੇ ਬੇਸਿਸ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਏਗਾ। ਇਹ ਆਰਟੀਕਲ 15 ਵਿੱਚ ਲਿਖਿਆ ਹੋਇਆ ਹੈ। ਨੈਕਸਟ ਵਨ, ਗਵਰਨਮੈਂਟ ਅਪੁਆਇੰਟਮੈਂਟ ਦੇ ਲਈ ਸਮਾਨਤਾ ਦਾ ਅਧਿਕਾਰ। ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਅਗਰ ਕੋਈ ਸਿਲੈਕਸ਼ਨ ਹੁੰਦੀ ਹੈ ਗਵਰਨਮੈਂਟ ਬੇਸਿਸ ਤੇ, ਤਾਂ ਉਹਨਾਂ ਨਾਲ ਕਿਸੇ ਕਾਸਟ, ਰਿਲੀਜਨ, ਲੈਂਗੁਏਜ ਨੂੰ ਲੈ ਕੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ। ਨੈਕਸਟ ਵਨ, ਛੂਆ-ਛੂਤ ਦੀ ਸਮਾਪਤੀ। ਇਹ ਆਰਟੀਕਲ 17 'ਚ ਲਿਖਿਆ ਹੋਇਆ। ਇਸ ਦੇ ਵਿੱਚ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਛੂਆ-ਛੂਤ ਦੀ ਇੱਕ ਕਨਸੈਪਟ ਚੱਲਿਆ ਆਉਂਦਾ ਸੀ, ਉਸ ਨੂੰ ਖਤਮ ਕੀਤਾ ਗਿਆ ਹੈ। ਨੈਕਸਟ ਵਨ ਹੈ ਰਾਈਟ ਟੂ ਫਰੀਡਮ। ਇਹ 19 to 22 ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹੈ। ਇਸ ਦੇ ਅੰਦਰ ਵੀ ਸਬ ਪੁਆਇੰਟਸ ਹਨ, ਜਿਹੜੇ ਹੈ ਫਰੀਡਮ ਆਫ ਸਪੀਚ, ਫਰੀਡਮ ਆਫ ਟੂ ਅਸੈਂਬਲੀ ਪੀਸਫੁਲੀ ਐਂਡ ਵਿਦਾਊਟ ਆਰਮਸ, freedom to form association, right to move freely। ਇਸ ਦੇ ਵਿੱਚ ਕਿਸੇ ਵੀ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ, ਕੰਟਰੀ ਦੇ ਕਿਸੇ ਵੀ ਪਾਰਟ ਦੇ ਵਿੱਚ ਤੁਸੀਂ ਘੁੰਮਣ ਫਿਰਨ ਦੀ ਤੁਹਾਨੂੰ ਆਜ਼ਾਦੀ ਦਿੱਤੀ ਗਈ ਹੈ, ਫਰੀਡਮ ਦਿੱਤੀ ਗਈ ਹੈ। ਨੈਕਸਟ ਵਨ ਹੈ ਐਕਸਪਲੋਇਟੇਸ਼ਨ ਦੇ ਵਿਰੁੱਧ ਰਾਈਟ, ਜੋ ਕਿ ਆਰਟੀਕਲ 23 ਤੋਂ 24 'ਚ ਦਿੱਤਾ ਗਿਆ ਹੈ। ਨੈਕਸਟ ਰਾਈਟ ਟੂ ਰਿਲੀਜਨ। ਇਹ 25 ਆਰਟੀਕਲ ਟੂ 28 'ਚ ਲਿਖਿਆ ਗਿਆ ਹੈ। ਇਸ ਦੇ ਵਿੱਚ ਕਿਸੇ ਵੀ ਧਰਮ ਨੂੰ ਕੋਈ ਵੀ ਸਿਟੀਜ਼ਨ ਆਪਣੀ ਇੱਛਾ ਦੇ ਅਨੁਸਾਰ ਮੰਨ ਸਕਦਾ ਹੈ, ਛੱਡ ਸਕਦਾ ਹੈ। ਕਿਸੇ ਤੇ ਕੋਈ ਵੀ ਕਾਨੂੰਨੀ ਲੀਗਲੀ ਪਾਵਰ ਨਹੀਂ ਵਰਤੀ ਜਾਏਗੀ। ਨੈਕਸਟ ਵਨ, ਜੋ ਕਿ ਬਹੁਤ ਇੰਪੋਰਟੈਂਟ ਮੋਰਲ ਰਾਈਟਸ ਹੈ, ਰਾਈਟ ਟੂ ਐਜੂਕੇਸ਼ਨ 29 to 30। ਇਸ ਦੇ ਵਿੱਚ ਹਰ ਇੱਕ ਸਿਟੀਜ਼ਨ ਨੂੰ ਆਪਣੀ ਸ਼ਮਤਾ ਦੇ ਅਨੁਸਾਰ, ਆਪਣੀ ਪਹੁੰਚ ਦੇ ਅਨੁਸਾਰ ਐਜੂਕੇਸ਼ਨ ਲੈਣ ਦਾ ਅਧਿਕਾਰ ਹੈ। ਲਾਸਟ ਵਨ,
ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਇਹ ਆਰਟੀਕਲ 32 ਤੋਂ 35 ਵਿੱਚ ਲਿਖਿਆ ਗਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲਾਸਟ ਵਿੱਚ ਵੀ ਫੰਡਾਮੈਂਟਲ ਰਾਈਟਸ ਲਾਈਫ ਲਈ ਉਨੇ ਹੀ ਜ਼ਰੂਰੀ ਹੈ ਇੱਕ ਸਿਟੀਜ਼ਨ ਲਈ, ਇੱਕ ਹਿਊਮਨ ਬੀਇੰਗ ਲਈ, ਜਿਸ ਤਰ੍ਹਾਂ ਬਾਡੀ ਨੂੰ ਸਾਹ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਵਿਦਾਊਟ ਫੰਡਾਮੈਂਟਲ ਰਾਈਟਸ ਕੋਈ ਵੀ ਇਨਸਾਨ, ਕੋਈ ਵੀ ਸਿਟੀਜ਼ਨ ਆਪਣੀ ਡਿਵੈਲਪਮੈਂਟ ਨਹੀਂ ਕਰ ਸਕਦਾ। ਥੈਂਕ ਯੂ।